सतनाम वाहेगुरु साहिब जी। सूही महला पहला घर छेवा। एक ओंकार सतगुर प्रसाद। उज्जल कैहा चिलकना कोटम कालड़ी मस। धोतियां झूठ ना उतरै जे सौ धोवा तिस। सज्जन सेई नाल मैं चलद्यां नाल चलन। जिथे लेखा मंगीऐ तिथे खड़े दिसन। रहाओ कोठे मंडप माड़ियां पासो चितविया। ढठियां कम न आवनी विचों सखणिया। बग्गा बग्गे कपड़े तीर्थ मजम सन। घुट घुट जिया खावने बग्गे ना कहियन। सिमल रुख शरीर मैं मैजन देख भुलन। से फल कम न आवनी ते गुण मैं तन हन। अंदुलै भार उठाया डूगर बाट बहुत। अखी लोड़ी ना लहा हों चढ़ लंगा कित। चाकरियां चंगियाइयां अवर सियाणप कित। नानक नाम समाल तू बद्दा छुटह जित। नानक नाम समाल तू बद्दा छुटह जित। परम सत्कारयोग गुरु रूप गुरु प्यारी साध संगत जीओ। आओ मनां दीआं खिंडियां होईयां बिरतियां नूं करिए एकागर। करिए रसना पवित्र ते बोलीए सारे वाहिगुरु जी का खालसा वाहिगुरु जी की फतेह। गुरमुख प्यारिओ ਕਰਮਾਂ ਵਾਲੇ ਆ ਭਾਗਾਂ ਵਾਲੇ ਆ ਜਿਨ੍ਹਾਂ ਨੂੰ ਕਲਯੁਗ ਦੇ ਭਿਆਨਕ ਸਮੇਂ ਦੇ ਵਿੱਚ ਗੁਰੂ ਦੀ ਗੋਦ ਵਿੱਚ ਬੈਠ ਕੇ ਗੁਰਬਾਣੀ ਨੂੰ ਸਮਝਣ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਬਿਨ ਭਾਗਾਂ ਸਤ ਸੰਗ ਨਾ ਲੱਭੈ ਬਿਨ ਸੰਗਤ ਮੈਲ ਭਰੀਜੈ ਜੀਓ। ਬਿਨਾ ਗੁਰੂ ਦੇ ਗਿਆਨ ਤੋਂ ਮਨ ਦੇ ਵਿੱਚ ਮੈਲ ਲੱਗਦੀ ਰਹਿੰਦੀ ਹੈ ਅਤੇ ਮਨੁੱਖ ਮੈਲਾ ਹੋ ਕੇ ਪਰਮਾਤਮਾ ਤੋਂ ਦੂਰੀ ਪਾ ਬੈਠਦਾ ਅਤੇ ਤਿੰਨਾਂ ਗੁਣਾਂ ਦੇ ਵਿੱਚ ਹੀ ਜੀਵਨ ਬਤੀਤ ਕਰਕੇ ਚਲਿਆ ਜਾਂਦਾ। ਜਿਸ ਕਾਰਜ ਨੂੰ ਆਇਆ ਸੀ ਉਹ ਕਾਰਜ ਨਹੀਂ ਹੁੰਦਾ। ਕਰਮਾਂ ਭਾਗਾਂ ਵਾਲਿਆਂ ਨੂੰ ਇਹ ਸੁਭਾਗਾ ਸਮਾਂ ਪ੍ਰਾਪਤ ਹੁੰਦਾ ਕਿਉਂਕਿ ਸਤਸੰਗ ਦੇ ਵਿੱਚ ਸਾਨੂੰ ਆਪਣੇ ਆਪ ਨੂੰ ਸਮਝਣ ਦਾ ਜਾਣਨ ਦਾ ਮੌਕਾ ਮਿਲਦਾ। ਆਪ ਸਵਾਰਾ ਹੈ ਮੈਂ ਮਿਲਿਆ ਹੈ ਮੈਂ ਮਿਲਿਆ ਸੁਖ ਹੋਏ। ਆਪਣੇ ਆਪ ਨੂੰ ਸਵਾਰਨਾ ਹੀ
ਸਭ ਤੋਂ ਵੱਡੀ ਗੱਲ ਹੈ। ਸੋ ਅੱਜ ਦੇ ਸ਼ਬਦ ਦੇ ਵਿੱਚ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਆਪਾਂ ਨੂੰ ਕੀ ਸਿੱਖਿਆ ਦੇ ਰਹੇ ਹਨ। ਆਓ ਮਨ ਬਿਰਤੀਆਂ ਬਿਲਕੁਲ ਇਕਾਗਰ ਕਰਕੇ ਬੜੀ ਸ਼ਰਧਾ ਭਾਵਨਾ ਦੇ ਨਾਲ ਸ਼ਬਦ ਨੂੰ ਸਰਵਣ ਕਰੀਏ ਜੀ। ਸੂਹੀ ਮਹੱਲਾ ਪਹਿਲਾ ਘਰ ਛੇਵਾਂ। ਸੂਹੀ ਰਾਗ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 31 ਰਾਗ ਹਨ। 31 ਰਾਗਾਂ ਦੇ ਵਿੱਚੋਂ ਸੂਹੀ ਰਾਗ ਦੇ ਵਿੱਚ ਇਹ ਸ਼ਬਦ ਉਚਾਰਨ ਕੀਤਾ ਹੋਇਆ ਹੈ। ਮਹੱਲਾ ਪਹਿਲਾ ਭਾਵ ਪਹਿਲੇ ਪਾਤਸ਼ਾਹ ਸਿੱਖ ਧਰਮ ਦੇ ਮੋਢੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਮੁਬਾਰਕ ਮੁਖ ਵਿੱਚੋਂ ਫਰਮਾਨ ਕੀਤਾ ਹੋਇਆ ਇਹ ਪਵਿੱਤਰ ਸ਼ਬਦ ਹੈ। ਘਰ ਛੇਵਾਂ। ਕੀਰਤਨ ਕਰਨ ਦੀ ਤਾਕੀਦ ਛੇਵੇਂ ਘਰ ਵਿੱਚ ਕੀਤੀ ਜਾ ਰਹੀ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ਼ਬਦ ਨੂੰ ਸਮਝਣ ਤੋਂ ਪਹਿਲਾਂ, ਵਿਚਾਰ ਕਰਨੀ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਸਾਰਿਆਂ ਦੇ ਦਿਮਾਗ ਦੇ ਵਿੱਚ ਇਹ ਗੱਲ ਚਾਹੀਦੀ ਹੈ ਬਸਣੀ ਜਾਂ ਆਉਣੀ ਜਾਂ ਯਾਦ ਰੱਖਣੀ ਕਿ ਉਹ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਅੱਲਾ ਬੀਠਲ ਗੋਡ ਸੁਪਰੀਮ ਪਾਵਰ ਉਹ ਇੱਕ ਹੈ ਅਤੇ ਇੱਕ ਰਸ ਵਿਆਪਕ ਹੈ, ਸਾਡੇ ਅੰਦਰ ਵੀ ਹੈ। ਸਤਿਗੁਰ ਪ੍ਰਸਾਦ, ਸਤਿਗੁਰਾਂ ਦੀ ਕਿਰਪਾ ਦੇ ਨਾਲ ਅੰਦਰ ਵਸ ਰਹੇ ਪ੍ਰਮਾਤਮਾ ਵਾਹਿਗੁਰੂ ਨੂੰ ਅਸੀਂ ਜਾਣ ਸਕਦੇ ਹਾਂ, ਸਾਡਾ ਮਿਲਾਪ ਹੋ ਸਕਦਾ, ਅਸੀਂ ਗੁਰਮੁਖ ਵਾਲਾ ਜੀਵਨ ਬਤੀਤ ਕਰ ਸਕਦੇ ਹਾਂ, ਆਨੰਦ ਦੀ ਪ੍ਰਾਪਤੀ ਕਰ ਸਕਦੇ ਹਾਂ। ਪਹਿਲਾਂ ਇਹ ਧਿਆਨ ਰੱਖਣਾ ਕਿ ਉਹ ਪ੍ਰਮਾਤਮਾ ਵਾਹਿਗੁਰੂ ਅਕਾਲ ਪੁਰਖ ਇੱਕ ਰਸ ਵਿਆਪਕ ਹੈ। ਇਹ ਸ਼ਬਦ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 729 ਅੰਗ ਉੱਪਰ ਸੁਸ਼ੋਭਿਤ ਹੈ। ਸੂਹੀ ਮਹੱਲਾ ਪਹਿਲਾ ਘਰ ਛੇਵਾਂ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਹੁਣ ਸ਼ਬਦ ਸ਼ੁਰੂ ਹੋ ਰਿਹਾ ਹੈ। ਸ਼ਬਦ ਦੀ ਪੂਰੀ ਵਿਚਾਰ ਚੰਗੀ ਤਰ੍ਹਾਂ ਸਮਝਣ ਦੇ ਵਾਸਤੇ ਸਤਿਗੁਰਾਂ ਨੇ ਨੁਕਤੇ ਦਿੱਤੇ ਹੋਏ ਆ, ਕੁਝ ਫਾਰਮੂਲੇ ਆ। ਜਿਵੇਂ ਜਿਹੜੇ ਸ਼ਬਦ ਦੇ ਵਿੱਚ ਰਹਾਓ ਆਇਆ ਹੋਵੇਗਾ, ਰਹਾਓ ਸ਼ਬਦ ਦਾ ਸੈਂਟਰਲ ਆਈਡੀਆ ਹੁੰਦਾ, ਕੇਂਦਰ ਬਿੰਦੂ ਹੁੰਦਾ। ਰਹਾਓ ਠਹਿਰੋ, ਸੋਚੋ, ਵਿਚਾਰੋ ਕਿ ਕੀ ਗੱਲ ਹੈ ਇਦੋਂ ਪਿੱਛੇ ਕਹੀ ਗਈ ਰਹਾਓ ਦੇ ਵਿੱਚ, ਉਹਦੇ ਆਲੇ ਦੁਆਲੇ ਸ਼ਬਦ ਦੀ ਵਿਚਾਰ ਨੇ ਘੁੰਮਣਾ ਹੁੰਦਾ। ਰਹਾਓ ਦੀਆਂ ਪੰਕਤੀਆਂ ਵਿੱਚ ਗੁਰੂ ਨਾਨਕ ਬਾਬਾ ਜੀ ਸਮਝਾ ਰਹੇ ਹਨ ਕਿ ਸੱਜਣ ਸੇਈ ਨਾਲ ਮੈਂ ਚਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਿਸਨ ਰਹਾਓ। ਸੱਜਣ, ਦੋਸਤ, ਮਿੱਤਰ, ਸਹਾਇਤਾ ਕਰਨ ਵਾਲੇ ਇੱਕ ਸਾਡੇ ਸਰੀਰ ਦੇ ਸੱਜਣ ਹੁੰਦੇ ਆ, ਜੋ ਸਾਡੇ ਮਿੱਤਰ ਪਿਆਰੇ ਆ ਬਾਹਰ, ਜਿਹਦੇ ਨਾਲ ਸਾਡੇ ਵਿਚਾਰ ਮਿਲਦੇ ਆ। ਕੋਈ ਵੀ ਹੋ ਸਕਦਾ, ਕਿਉਂਕਿ ਅਸੀਂ ਸਮਾਜਿਕ ਪ੍ਰਾਣੀ ਹੈ, ਸਮਾਜ ਦੇ ਵਿੱਚ ਅਸੀਂ ਰਹਿਣਾ ਹੁੰਦਾ, ਕੁਝ ਮਿੱਤਰ ਬਣਾਉਣੇ ਪੈਂਦੇ ਆ ਸਾਨੂੰ ਕੋਈ ਕੰਮ ਧੰਦੇ ਦੇ ਵਾਸਤੇ। ਇੱਕ ਹੁੰਦੇ ਆ ਸੱਜਣ ਅਸਲੀ ਆ ਜਿਹੜੇ, ਉਹ ਮਨ ਦੇ। ਜਿਹੜੇ ਬਾਹਰਲੇ ਸੱਜਣ ਆ ਉਹ ਹੋ ਸਕਦਾ ਧੋਖਾ ਵੀ ਦੇ ਜਾਣ, ਹੋ ਸਕਦਾ ਵਿਪਤਾ ਪਈ ਤੋਂ ਛੱਡ ਵੀ ਜਾਣ, ਪਰ ਗੁਰੂ ਬਾਬਾ ਜੀ ਸਮਝਾ ਰਹੇ ਹਨ ਜਿਹੜੇ ਅੰਦਰਲੇ ਸੱਜਣ ਆ ਨਾ, ਉਹ ਸਿਰੇ ਤੱਕ ਨਹੀਂ ਛੱਡ ਕੇ ਜਾਂਦੇ। ਉਹ ਕੀ ਹੈ? ਉਹ ਆ ਮਨੁੱਖ ਦੇ ਗੁਣ, ਦਇਆ, ਧਰਮ, ਸੰਤੋਖ, ਮਿੱਠ ਬੋਲਣਾ, ਪਰਉਪਕਾਰੀ ਸੁਭਾਅ, ਸੱਚ ਬੋਲਣਾ। ਇਹ ਜਿਹੜੇ ਵਧੀਆ ਗੁਣ ਆ ਇਹ ਮਨੁੱਖ ਦੇ ਨਾਲ ਤੱਕ ਜਾਂਦੇ ਆ। ਜਿਹੜੇ ਮਨੁੱਖ ਦੇ ਅੰਦਰ ਮੰਨ ਲਓ ਦਇਆ ਦਾ ਗੁਣ ਆ ਗਿਆ, ਉਹ ਦਇਆ ਹੀ ਕਰੇਗਾ, ਸਭ ਥਾਂ ਹੀ ਦਇਆ ਕਰੇਗਾ ਜਿੰਨੇ ਜੋਗਾ ਹੋਏਗਾ, ਅਤੇ ਉਹਦੀ ਆਪਣੇ ਆਪ ਹੀ ਲੋਕਾਂ ਨੂੰ ਪਤਾ ਲੱਗ ਜੂ ਵੀ ਇਹਦੇ 'ਚ ਯਾਰ ਦਇਆ ਦਾ ਗੁਣ ਆ। ਇਹ ਗੁਣ ਅਸਲ ਮਨ ਦੇ ਹੁੰਦੇ ਆ ਜਿਹੜੇ ਸਾਡੇ ਸਿਰੇ ਤੱਕ ਨਾਲ ਜਾਂਦੇ ਹਨ।
ਇਹ ਜਿਹੜਾ ਸ਼ਬਦ ਹੈ ਗੁਰਮੁਖ ਪਿਆਰਿਓ, ਇਹ ਵੀ ਕਿਹਾ ਜਾਂਦਾ ਕਿ ਗੁਰੂ ਨਾਨਕ ਬਾਬਾ ਜੀ ਜਦੋਂ ਸੱਜਣ ਕੋਲ ਗਏ, ਸੱਜਣ ਠੱਗ ਜੀ ਨੂੰ ਸਾਖੀ ਆਉਂਦੀ ਹੈ, ਤਾਂ ਉਦੋਂ ਉਚਾਰਨ ਕੀਤਾ ਸੀ, ਕਿਉਂਕਿ ਉਸ ਸਮੇਂ ਦੇ ਵਿੱਚ ਸੱਜਣ ਬਹੁਤ ਵੱਡਾ ਦਾਨੀ ਸੀ, ਬਹੁਤ ਵੱਡਾ। ਉਹਨੇ ਬਾਹਰ ਖਲਾਰਾ ਪਾਇਆ ਹੋਇਆ ਸੀ, ਲੰਗਰ ਲੂੰਗਰ ਲਾਏ ਸੀ, ਬੜੀ ਸੇਵਾ ਕਰਦਾ ਸੀ। ਤੇ ਪਰ ਅੰਦਰੋਂ ਕੀ ਸੀ? ਅੰਦਰੋਂ ਰਾਤ ਨੂੰ ਜਦੋਂ ਕੋਈ ਸਾਧੂ ਸੰਤ ਆਉਂਦੇ ਸੀ, ਉਹਦੀ ਸਰਾਂ ਬਣਾਈ ਹੋਈ ਸੀ, ਜਿਹੜੇ ਵਿਸ਼ਰਾਮ ਕਰਦੇ ਸੀ ਰਾਤ ਨੂੰ, ਤੇ ਉਹਨਾਂ ਨੂੰ ਮਾਰ ਕੇ ਲੁੱਟ ਲੈਂਦਾ ਸੀ। ਉੱਤੋਂ ਲੰਗਰ ਲਾਏ ਹੋਏ ਸੀ, ਭਾਵ ਉੱਪਰੋਂ ਧਰਮੀ ਸੀ ਤੇ ਅੰਦਰੋਂ ਅਧਰਮੀ ਸੀ। ਤੇ ਜਦੋਂ ਗੁਰੂ ਨਾਨਕ ਬਾਬਾ ਜੀ ਗਏ, ਉਹੀ ਕੰਮ ਨੂੰ ਪੈ ਗਿਆ। ਤੇ ਗੁਰੂ ਨਾਨਕ ਬਾਬਾ ਜੀ ਤੇ ਸੁੱਤੇ ਹੀ ਨਾ, ਕਿਉਂਕਿ ਜਾਣੀ ਜਾਣ ਸੀ, ਸਭ ਪਤਾ ਸੀ ਉਹਨਾਂ ਨੂੰ। ਤੇ ਜਦੋਂ ਫਿਰ ਰਾਤ ਨੂੰ ਕਹਿੰਦੇ ਮਰਦਾਨਿਆਂ ਰਬਾਬ ਵਜਾ, ਕਿਉਂਕਿ ਉਹ ਅੰਦਰ ਪਏ ਆ, ਉਹ ਬਾਹਰ ਦੇਖਦਾ ਫਿਰਦਾ, ਘੁੰਮਦਾ ਫਿਰਦਾ ਵੀ ਅੱਖ ਲੱਗ ਗਈ ਕਿ ਨਹੀਂ ਲੱਗ ਗਈ। ਬੜਾ ਰੰਗ ਲਾਲ ਆ, ਬੜਾ ਨੂਰ ਆ, ਇਹ ਜਿਹੜੀ ਥੈਲੀ ਹੈ ਇਹਦੇ 'ਚ ਬਹੁਤ ਮਾਇਆ ਹੋਊਗੀ। ਤਾਂ ਗੁਰੂ ਨਾਨਕ ਬਾਬਾ ਜੀ ਸਮਝ ਗਏ, ਕਹਿੰਦੇ ਮਰਦਾਨਿਆਂ ਰਬਾਬ ਵਜਾ। ਕਹਿੰਦੇ ਜੀ ਇਸ ਵੇਲੇ? ਕਹਿੰਦੇ ਸੱਪ ਕੀਲਣਾ, ਸੱਪ ਫਿਰਦਾ। ਉਸ ਵੇਲੇ ਕਹਿੰਦੇ ਇਹ ਸ਼ਬਦ ਉਚਾਰਨ ਕੀਤਾ ਸੀ, ਤੇ ਜਿਵੇਂ ਜਿਵੇਂ ਸੱਜਣ ਸੁਣੀ ਗਿਆ, ਉਹਦੀ ਠੱਗ ਬਿਰਤੀ ਬਦਲਦੀ ਗਈ ਤੇ ਉਹ ਵਧੀਆ ਇਨਸਾਨ ਬਣ ਗਿਆ। ਹੁਣ ਸੱਜਣ ਕੀ ਹੈ? ਸਾਡਾ ਮਨ ਰੂਪੀ ਸੱਜਣ ਨੂੰ ਅਸੀਂ ਹੁਣ ਇਹ ਸ਼ਬਦ ਸੁਣਾਉਣਾ ਤਾਂ ਕਿ ਇਹ ਬਦਲ ਜਾਵੇ। ਸੱਜਣ ਸੇਈ ਨਾਲ ਮੈਂ ਚਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀ ਹੈ ਤਿੱਥੇ ਖੜੇ ਦਿਸਨ। ਹੁਣ ਜੇ ਕੋਈ ਗੁਣ ਆ, ਜੇ ਗਿਆਨ ਆ ਮੰਨ ਲਓ, ਤੇ ਉਹ ਜਿਹੜਾ ਸਾਹਮਣੇ ਕਿਤੇ ਜਾਂਦਾ, ਕਿਤੇ ਮੰਨ ਲਓ ਮੁਸ਼ਕਲ ਆ ਗਈ ਵੀ ਕਿਤੇ ਲਿਖਿਆ ਹੋਇਆ ਵੀ ਸਾਹਮਣੇ ਭਾਈ ਖੂਹ ਆ, ਤੁਸੀਂ ਸਿੱਧੇ ਜਾਓਗੇ ਤਾਂ ਡਿੱਗ ਪਓਗੇ। ਹੁਣ ਜੇ ਤਾਂ ਗਿਆਨ ਆ, ਫਿਰ ਤਾਂ ਉਹ ਪੜ੍ਹ ਕੇ ਅਲਰਟ ਹੋ ਜੂ ਵੀ ਇੱਧਰ ਨਹੀਂ ਮੈਂ ਜਾਣਾ, ਸਾਈਡ ਵੱਟ ਲੈਣਾ, ਲਿਖਿਆ ਹੋਇਆ ਸਾਹਮਣੇ। ਪਰ ਜੇ ਉਹ ਪੜ੍ਹਿਆ ਨਾ ਹੋਇਆ, ਜੇ ਉਹਦੇ ਕੋਲ ਗਿਆਨ ਨਾ ਹੋਇਆ, ਜੇ ਪੜ੍ਹਾਈ ਦਾ ਗੁਣ ਨਾ ਹੋਇਆ, ਫਿਰ ਉਹ ਸਿੱਧਾ ਜਾ ਕੇ ਵਿੱਚ ਡਿੱਗ ਪਊਗਾ। ਇਸ ਤਰ੍ਹਾਂ ਇਹ ਸੱਜਣ ਆ ਜਿਹੜੇ ਸਾਡੇ ਨਾਲ ਸਿਰੇ ਤੱਕ ਜਾਂਦੇ ਆ, ਜਿੱਥੇ ਵੀ ਅਸੀਂ ਫਸਦੇ ਹਾਂ ਉੱਥੇ ਕੋਈ ਨਾ ਕੋਈ ਗੁਣ ਆ ਜਿਹੜਾ ਉਹ ਸਾਨੂੰ ਕੱਢ ਦਿੰਦਾ। ਗੁਰੂ ਬਾਬਾ ਜੀ ਇਹ ਸਮਝਾ ਰਹੇ ਹਨ, ਇੱਕ ਤਨ ਦੇ ਸੱਜਣ ਹੁੰਦੇ ਆ, ਇੱਕ ਹੁੰਦੇ ਆ ਮਨ ਦੇ ਸੱਜਣ ਭਾਈ। ਹੁਣ ਸ਼ਬਦ ਆਪਾਂ ਸ਼ੁਰੂ ਕਰਦੇ ਹਾਂ। ਉੱਜਲ ਕੈਹਾ ਚਿਲਕਣਾ ਘੋਟਮ ਕਾਲੜੀ ਮਸ। ਗੁਰੂ ਬਾਬਾ ਜੀ ਉਦਾਹਰਨ ਦੇ ਕੇ ਸਮਝਾ ਰਹੇ ਹਨ। ਉੱਜਲ ਕੈਹਾ ਹੁੰਦਾ ਕਾਂਸੀ, ਕਾਂਸੀ ਦੀ ਥਾਲੀ ਆ ਜਿਹੜੀ, ਜਾਂ ਕਾਂਸੀ ਦਾ ਭਾਂਡਾ, ਉੱਤੋਂ ਦਾ ਬਹੁਤ ਸੋਹਣਾ ਲੱਗਦਾ ਭਾਈ, ਸੋਨੇ ਰੰਗਾ ਹੁੰਦਾ ਉਹ, ਬੜਾ ਚਮਕਾ। ਪਰ ਜੇ ਕਾਂਸੀ ਨੂੰ ਧੋਣ ਲੱਗ ਜਾਈਏ ਨਾ, ਉਹਦੇ ਵਿੱਚੋਂ ਕਾਲੀ ਚੀਜ਼ ਨਿਕਲਦੀ ਹੋਈ ਆਉਂਦੀ ਹੈ, ਭਾਵ ਉੱਤਰੋਂ ਚਿਲਕਣਾ ਤੇ ਅੰਦਰੋਂ ਮੈਲ ਆ। ਸਾਡੀ ਵੀ ਹਾਲਤ ਇਹੀ ਹੈ। ਇਹ ਕਹਿੰਦੇ ਭਾਂਡੇ ਵਾਂਗੂ ਸਾਡੇ ਮਨ ਦੀ ਹਾਲਤ ਆ। ਉੱਜਲ ਕੈਹਾ ਚਿਲਕਣਾ ਘੋਟਮ ਕਾਲੜੀ ਮਸ। ਮਸ ਤੋਂ ਮਤਲਬ ਸੁਆਹ, ਹਨੇਰਾ, ਅਗਿਆਨਤਾ, ਕਾਲੀ। ਅੰਦਰ ਆ ਜਿਹੜਾ ਸਾਡਾ ਉਹ ਕਾਲਾ, ਬਾਹਰੋਂ ਅਸੀਂ ਚਿਲਕਦੇ ਹਾਂ, ਚਿੱਟੇ ਹਾਂ। ਇਹ ਅਰਥ ਬਣ ਗਿਆ। ਧੋਤਿਆਂ ਝੂਠ ਨਾ ਉਤਰੈ, ਜੇ 100 ਧੋਵਾਂ ਤਿਸ। ਹੁਣ ਉਹ ਜਿਹੜੀ ਮੈਲ ਆ ਉਹ ਮੇਰੇ ਅੰਦਰ ਆ, ਮਨ ਨੂੰ ਲੱਗੀ ਹੋਈ ਆ। ਮਨ ਮੈਲੇ ਸਭ ਕੁਛ ਮੈਲਾ, ਤਨ ਧੋਤੇ ਮਨ ਹੱਛਾ ਨਾ ਹੋਏ। ਹੁਣ ਮਨ ਦੀ ਝੂਠ ਉਤਾਰਨੀ ਆ ਤਾਂ ਗਿਆਨ ਪ੍ਰਾਪਤ ਕਰਨਾ ਪਊਗਾ, ਗਿਆਨ ਲੈਣਾ ਪਊਗਾ। ਨਹੀਂ ਬਾਹਰੋਂ ਨਹਾਉਣ ਦੇ ਨਾਲ ਮਨ ਦੀ ਮੈਲ ਨਹੀਂ ਉਤਰਦੀ। ਝੂਠ ਨਾ ਉਤਰੈ, ਧੋਤਿਆਂ ਝੂਠ ਨਾ ਉਤਰੈ। ਬਾਹਰੋਂ ਸਰੀਰ ਧੋਣ ਦੇ ਨਾਲ ਮਨ ਦੀ ਝੂਠ ਨਹੀਂ ਲੈਂਦੀ, ਮਨ ਦੀ ਮੈਲ ਨਹੀਂ ਲੈਂਦੀ। ਜੇ 100 ਧੋਵਾਂ ਤਿਸ, ਜੇ ਭਾਵੇਂ ਦਿਹਾੜੀ 'ਚ 100 ਵਾਰੀ ਵੀ ਸਰੀਰ ਨੂੰ ਧੋਈ ਜਾਈਏ, ਤਾਂ ਵੀ ਜਿਹੜੀ ਅੰਦਰਲੀ ਮੈਲ ਆ ਨਾ, ਉਹ ਨਹੀਂ ਲੈਣੀ ਗਿਆਨ ਤੋਂ ਬਿਨਾਂ।
ਸੱਜਣ ਸੇਈ ਨਾਲ ਮੈਂ ਚਲਦਿਆਂ ਨਾਲ ਚੱਲਨ। ਗੁਰੂ ਬਾਬਾ ਜੀ ਸਮਝਾ ਰਹੇ ਹਨ ਉਹੀ ਸੱਜਣ ਆ ਸਾਡੇ ਭਾਈ ਜਿਹੜੇ ਸਾਨੂੰ ਦੁੱਖ ਤੇ ਸੁੱਖ ਵੇਲੇ ਛੱਡ ਕੇ ਹੀ ਨਹੀਂ ਜਾਂਦੇ। ਅੰਦਰਲੇ ਗੁਣਾ ਰੂਪੀ ਸੱਜਣ ਤੇ ਚਲਦਿਆਂ ਨਾਲ ਚੱਲਣ, ਤੇ ਜਿੱਥੇ ਜਾਣਾ ਉੱਥੇ ਨਾਲ ਹੀ ਰਹਿਣਗੇ। ਸਰੀਰ ਦੇ ਗੁਣ ਆ ਨਾ ਜਿਹੜੇ, ਚਾਹੇ ਜੇ ਇੱਥੇ ਇੰਡੀਆ ਦੇ ਵਿੱਚ ਕੋਈ ਗੁਣੀ ਆ ਬੰਦਾ ਤਾਂ ਕੈਨੇਡਾ ਅਮਰੀਕਾ 'ਚ ਜਾ ਕੇ ਵੀ ਗੁਣੀ ਹੀ ਰਹੂਗਾ, ਜੇ ਇੱਥੇ ਔਗਣ ਵਾਲਾ ਤਾਂ ਉੱਥੇ ਜਾ ਕੇ ਵੀ ਔਗਣ ਹੀ ਰਹਿਣਗੇ। ਇਹ ਅੰਦਰਲੀ ਗੱਲ ਆ। ਜਿੱਥੇ ਮਰਜ਼ੀ ਚਲਿਆ ਜਾਵੇ ਬੰਦਾ, ਗੁਣਾਂ ਨੇ ਵੀ ਨਾਲ ਹੀ ਜਾਣਾ ਤੇ ਔਗਣਾਂ ਨੇ ਵੀ ਨਾਲ ਹੀ ਜਾਣਾ। ਮੈਂ ਚਲਦਿਆਂ ਨਾਲ ਚੱਲਣ, ਜਿੱਥੇ ਲੇਖਾ ਮੰਗੀ ਹੈ ਤਿੱਥੇ ਖੜੇ ਦਸਨ। ਜਿੱਥੇ ਲੇਖਾ ਮੰਗਣਾ, ਪਰਮਾਤਮਾ ਦੇ ਦਰਬਾਰ ਦੇ ਵਿੱਚ ਜਾ ਕੇ ਜਦੋਂ ਗੁਣ ਜਿਹੜੇ ਕੀਤੇ ਹੋਏ ਇਹਨਾਂ ਨੇ ਗੁਣਾਂ ਨੇ ਬਰਾਬਰ ਖੜ ਜਾਣਾ ਜਾ ਕੇ, ਹਾਂ ਬਈ ਇਹਨੇ ਆ ਚੰਗੇ ਕੰਮ ਕੀਤੇ ਆ। ਜਿੱਥੇ ਲੇਖਾ ਮੰਗਣਾ, ਲੇਖਾ ਤਾਂ ਸਾਡਾ ਵੈਸੇ ਹੋ ਰਿਹਾ, ਸਥੂਲ ਆ ਜਿਹੜਾ ਉਹ ਅੱਗੇ ਹੋਣਾ, ਉਹ ਤਾਂ ਗਾਹਾਂ ਦੀਆਂ ਗੱਲਾਂ ਹੋ ਸਾਡੇ ਅੰਦਰ ਸਾਰਾ ਕੁਝ। ਕਿਉਂਕਿ ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਇੱਥੇ ਵੀ ਤਾਂ ਪਰਮਾਤਮਾ, ਇਦੋਂ ਗਾਹਾਂ ਲੇਖਾ ਕਿੱਥੇ ਹੋਣਾ? ਗੁਰਬਾਣੀ ਨਹੀਂ ਮੰਨਦੀ। ਗੁਰਬਾਣੀ ਅੰਦਰਲੇ ਲੇਖੇ ਨੂੰ ਸਮਝਦੀ ਆ, ਅੰਦਰ ਹੀ ਹੈ ਇਹ। ਲੋਕ ਸੁਖੀਏ ਪਰ ਲੋਕ ਜਿਹੜਾ ਮੈਨੂੰ ਦਿਸਦਾ ਨਹੀਂ ਸੁਹੇਲੇ। ਕਿਉਂਕਿ ਰੱਬ ਕੋਲੋਂ ਆਏ ਆ ਤੇ ਰੱਬ ਕੋਲੇ ਜਾਣਾ। ਜੇ ਤਾਂ ਇੱਥੇ ਰੱਬ ਨਾ ਹੋਵੇ ਫਿਰ ਤਾਂ ਆਪਾਂ ਕਹੀਏ ਵੀ ਇੱਥੇ ਰੱਬ ਹੈ ਨਹੀਂ ਗਾ, ਰੱਬ ਕੋਲੇ ਜਾਣਾ ਆਪਾਂ, ਉਹ ਤਾਂ ਕਣ ਕਣ ਦੇ ਵਿੱਚ। ਗੱਲ ਅੰਦਰਲੀ ਸਮਝਾ ਰਹੀ ਹੈ ਗੁਰਬਾਣੀ ਕਿ ਜਿੱਥੇ ਵੀ ਜਾਣਾ, ਜਿੱਥੇ ਵੀ ਲੇਖਾ ਹੋਣਾ ਉੱਥੇ ਖੜੇ ਦਿਸਣਗੇ। ਭਾਵ ਬੰਦੇ ਤੇ ਮੰਨ ਲਓ ਗਰੀਬੀ ਵੀ ਆ ਜੇ, ਇੱਕ ਅਮੀਰੀ ਦਾ ਕਰਕੇ ਬਣੇ ਹੋਏ ਆ, ਮੰਨ ਲਓ ਦੋਸਤ ਮਿੱਤਰ ਬਣ ਗਏ, ਬਹੁਤ ਇਕੱਠ ਹੋ ਗਿਆ। ਸੁਖ ਮੈਂ ਸੰਗ ਸਭ ਸੰਗੀ ਭਏ, ਦੁੱਖ ਮੈਂ ਸੰਗ ਨਾ ਕੋਏ। ਜਿਹੜੇ ਮੰਨ ਲਓ ਬੰਦਾ ਬਿਲਕੁਲ ਬਾਹਰੋਂ ਨੰਗ ਮਲੰਗ ਹੋ ਗਿਆ, ਕਿਉਂਕਿ ਮਾਇਆ ਪਿੱਛੇ ਹੀ ਦੁਨੀਆ ਫਿਰਦੀ ਹੈ, ਤਾਂ ਹੀ ਜਿਹੜੇ ਆ ਉਦੋਂ ਹੀ ਸੱਜਣ ਮਿੱਤਰ ਬਣ ਜਾਂਦੇ ਆ। ਜਿਹਦੇ ਕੋਲੇ 4 ਪੈਸੇ ਆ ਨਾ, ਉਹਨੂੰ ਦੂਰ ਦੇ ਰਿਸ਼ਤੇਦਾਰ ਨੂੰ ਵੀ ਕਹਿਣਗੇ ਸਾਡਾ ਪ੍ਰਾਹੁਣਾ ਲੱਗਦਾ, ਸਾਡੇ ਪਿੰਡ ਦੀ ਕੁੜੀ ਵੀ ਇਹੀ ਹੈ, ਸਾਡੇ ਘਰਾਂ 'ਚੋਂ ਵੀ ਇਹੀ ਹੈ। ਜੇ ਕੋਈ ਵਿਚਾਰਾ ਮਾੜਾ ਹੋਵੇ ਤਾਂ ਉਹਨੂੰ ਸਕੇ ਪ੍ਰਾਹੁਣੇ ਨੂੰ ਵੀ ਨਹੀਂ ਪ੍ਰਾਹੁਣਾ ਕਹਿ ਕੇ ਕੋਈ ਰਾਜੀ ਹੁੰਦਾ। ਇਹ ਮਾਇਆ ਦੀਆਂ ਖੇਡਾਂ ਭਾਈ। ਪਰਸੂ ਪਰਸਾ ਪਰਸਰਾਮ, ਮਾਇਆ ਕੇ ਹੈ 3 ਨਾਮ, ਪਰਸੂ ਪਰਸਾ ਪਰਸਰਾਮ। ਪਰ ਮਾਇਆ ਜਾ ਵੀ ਸਕਦੀ ਹੈ। ਗੁਰੂ ਬਾਬਾ ਜੀ ਸਮਝਾ ਰਹੇ ਆ ਵੀ ਇੱਕ ਤਕੜਾ ਬੰਦਾ ਬਹੁਤ ਚੜ੍ਹਾਈ ਆ, ਮੰਨ ਲਓ ਨੰਗ ਹੋ ਗਿਆ, ਉਹਦੇ ਬਾਹਰਲੇ ਦੋਸਤ ਮਿੱਤਰ ਸਭ ਖਤਮ ਹੋ ਜਾਣਗੇ, ਪਰ ਕੀ ਉਹਦੇ ਗੁਣ ਖਤਮ ਹੋ ਜਾਣਗੇ? ਜਿਵੇਂ ਕਹਿੰਦੇ ਹੁੰਦੇ ਆ ਵੀ ਥੰਦਿਆਂ ਆਪਣੇ ਭਾਂਡਿਆਂ 'ਚੋਂ ਥੰਧਿਆਈਆਂ ਕਿੱਥੇ ਜਾਂਦੀਆਂ, ਉਹ ਗੁਣ ਨਹੀਂ ਜਾਂਦੇ ਕਿਤੇ। ਖੜੇ ਦਸਨ ਉਹ ਦਿਸਦੇ ਆ ਖੜੇ ਵੀ, ਹਾਂ ਇਹ ਗੁਣ ਆ ਇਹਦੇ 'ਚ। ਰਹਾਓ ਕੋਠੇ ਮੰਡਪ ਮਾੜੀਆਂ ਪਾਸੋਂ ਚਿੱਤ ਵੀ ਆਹਾ। ਗੁਰੂ ਬਾਬਾ ਜੀ ਅੱਗੇ ਸਮਝਾ ਰਹੇ ਹਨ ਕੋਠੇ ਮੰਡਪ ਮਾੜੀਆਂ। ਜਿਵੇਂ ਕੋਠੇ ਹੁੰਦੇ ਆ, ਬਿਲਡਿੰਗਾਂ ਹੁੰਦੀਆਂ, ਜਾਂ ਮਾੜੀਆਂ ਆਪਾਂ ਕਹਿ ਲਈਏ ਵੀ ਮਟੀਆਂ ਵਾਂਗੂ ਚਮਕਦਾ। ਆਪਾਂ ਕਹਿੰਦੇ ਨੇ ਵੀ ਬਾਹਰੋਂ ਚਿੱਟੇ ਪਾਈ ਫਿਰਦਾ, ਉੱਦੀ ਮੜੀ ਵਾਂਗੂ ਚਮਕਦਾ। ਅੱਜ ਤਾਂ ਉਹ ਚਿੱਟੇ ਰੰਗ ਕੀਤੇ ਹੁੰਦੇ ਆ ਮੜੀਆਂ ਨੂੰ। ਪਾਸੋਂ ਚਿੱਤ ਵੀ ਆਹਾ, ਪਾਸਿਆਂ ਤੋਂ ਜਿਹੜਾ ਹੈ ਚਮਕਦੀਆਂ ਉਹ। ਕੋਠੇ ਮੰਡਪ ਮਾੜੀਆਂ ਪਾਸੋਂ ਚਿੱਤ ਵੀ ਆਹਾ, ਬਾਹਰਲੀਆਂ ਬਾਹਰੋਂ ਚਮਕਦੀਆਂ। ਰੰਗ ਬਾਤ ਕਰ ਲਿਆ। ਇਸੇ ਤਰ੍ਹਾਂ ਸਾਡਾ ਉਧਰਲੀ ਉਦਾਹਰਨ ਆ ਬਾਹਰਲੀ, ਤੇ ਗੱਲ ਆ ਅੰਦਰਲੀ। ਅਸੀਂ ਅੰਦਰੋਂ ਤਾਂ ਭਾਵ ਸਹੀ ਨਹੀਂ, ਉੱਤਰੋਂ ਜਿਹੜੇ ਆ ਚਿੱਟੇ ਪਾ ਲਏ, ਧਰਮੀ ਪਾ ਲਏ, ਚਮਕ ਗਏ। ਢੱਠੀਆਂ ਕੰਮ ਨਾ ਆਵਨੀ, ਵਿੱਚੋਂ ਸਖਣੀ ਆਹਾ। ਗੁਰੂ ਬਾਬਾ ਜੀ ਸਮਝਾ ਰਹੇ ਨੇ ਐਸੀਆਂ ਬਿਲਡਿੰਗਾਂ ਤੋਂ ਬਚੋ ਭਾਈ, ਭਾਵ ਐਸੇ ਬੰਦਿਆਂ ਤੋਂ ਬਚੋ ਭਾਈ। ਢੱਠੀਆਂ ਕੰਮ ਨਾ ਆਵਨੀ, ਇਹਨਾਂ 'ਚ ਗੁਣ ਨਹੀਂ ਹੈ। ਜੇ ਗੁਣ ਤੋਂ ਬਿਨਾਂ ਅਸੀਂ ਆ, ਸਾਡੀ ਬਿਲਡਿੰਗ, ਸਾਡੀ ਸਰੀਰ ਰੂਪੀ ਬਿਲਡਿੰਗ ਕਿਸੇ ਕੰਮ ਦੀ ਨਹੀਂ। ਇਹਨੇ ਢਹਿ ਜਾਣਾ, ਚਲੀ ਜਾਣਾ, ਖਤਮ ਹੋ ਜਾਣਾ। ਵਿੱਚੋਂ ਸਖਣੀਆਂ ਆਹ, ਤੇ ਵਿੱਚੋਂ ਕੁਛ ਵੀ ਨਹੀਂ ਨਿਕਲਿਆ ਜਦੋਂ ਟੁੱਟੀ। ਭਾਵ ਅੰਦਰ ਤੇ ਬਾਹਰਲੀ ਗੱਲ ਗੁਰੂ ਬਾਬਾ ਜੀ ਸਮਝਾ ਰਹੇ ਹਨ। ਜੇ ਵਿੱਚੋਂ ਸਖਣੇ ਰਹਿ ਗਏ, ਬਾਹਰੋਂ ਚਮਕਦੇ ਰਹਿ ਗਏ, ਕਿਸੇ ਕੰਮ ਦੇ ਨਹੀਂ ਭਾਈ। ਬੱਗਾ ਬੱਗੇ ਕੱਪੜੇ ਤੀਰਥ ਮੰਝ ਬਸਨ। ਬੱਗਾ ਬੱਗੇ ਕੱਪੜੇ, ਇੱਕ ਹੁੰਦਾ ਬਗਲਾ, ਇੱਕ ਹੁੰਦਾ ਹੰਸ। ਹੁਣ ਇਹਦੇ 'ਚ ਫਰਕ ਕੀ ਹੈ? ਦੇਖਣ ਨੂੰ ਇੱਕੋ ਜਿਹੇ ਲੱਗਦੇ ਆ ਬਗਲਾ ਤੇ ਹੰਸ, ਇਹਨਾਂ ਦੀਆਂ ਅੰਦਰਲੀਆਂ ਬਿਰਤੀਆਂ ਦਾ ਫਰਕ ਹੁੰਦਾ। ਜਿਹੜਾ ਬਗਲਾ ਇਹਨੇ ਸਮਾਧੀ ਲਾਈ ਹੈ, ਇੱਕ ਲੱਤ 'ਤੇ ਖੜਾ ਹੈ, ਆਪਾਂ ਨੂੰ ਲੱਗਦਾ ਵੀ ਹਾਂ ਬਈ ਬੜਾ ਸਮਾਧੀ 'ਚ, ਪਰ ਜਦੋਂ ਹੀ ਡੱਡ ਆ ਗਈ ਉਹਦੀ ਉਹਨੇ ਚਮਟ ਲੈਣਾ। ਜਿਹੜੇ ਹੰਸ ਆ ਉਹ ਐਂ ਨਹੀਂ ਕਰਦੇ, ਉਹ ਹੀਰੇ ਮੋਤੀ ਚੁਗਦੇ ਆ। ਇੰਨਾ ਫਰਕ ਆ ਇਹ।
ਬਗਲੇ ਦਾ ਤੇ ਹੰਸ ਦਾ, ਜਾਂ ਆਪਾਂ ਕਹਿ ਲਈਏ ਮਨਮੁਖ ਦਾ ਤੇ ਗੁਰਮੁਖ ਦਾ, ਜਾਂ ਇਸ ਤਰ੍ਹਾਂ ਸਮਝ ਲਈਏ ਜੇ ਹੋਰ ਕਲੀਅਰ ਕਰਨਾ ਵੀ ਦੋ ਬੰਦੇ ਆ। ਮੰਨ ਲਓ ਇੱਕ ਬੰਦਾ ਮੂਹਰੇ ਰਾਮ 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 ਵਾਹਿਗੁਰੂ ਵਾਹਿਗੁਰੂ ਅੱਲਾ ਅੱਲਾ ਕਰਦਾ ਜਾਂਦਾ, ਧਰਮੀ ਪਾਏ ਆ ਉਹਦੇ ਕੱਪੜੇ ਤੇ ਉਹਦੇ ਬਗਲੀ ਪਾਈ ਆ, ਤੇ ਬਗਲੀ ਦੇ ਵਿੱਚ ਆ ਦਾਣੇ। ਉਹ ਜੰਗਲ ਦੇ ਵਿੱਚ ਫਿਰਦਾ, ਪੰਛੀਆਂ ਨੂੰ ਪਾਉਂਦਾ, ਰਾਮ 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 ਕਰਦਾ ਜਾਂਦਾ। ਪੰਛੀ ਦਾਣੇ ਚੁੱਕ ਕੇ ਆਨੰਦ ਮਾਣਦੇ ਆ। ਇੱਕ ਤਾਂ ਉਹ ਹੋ ਗਿਆ ਬੱਗਾ। ਇੱਕ ਬੱਗਾ ਹੁਣ ਇਹਦੇ ਪਿੱਛੇ ਹੋਰ ਆਉਂਦਾ, ਉਹ ਉਹੀ ਕੱਪੜੇ, ਉਹੀ ਸਾਰਾ ਕੁਝ, ਉਸੇ ਤਰ੍ਹਾਂ ਦਾ ਲਿਬਾਸ, ਉਸੇ ਤਰ੍ਹਾਂ ਉਹ ਦਾਣੇ ਪਾਉਂਦਾ। ਪਰ ਉਹਦੀ ਬਿਰਤੀ ਕੀ ਹੈ? ਜਦੋਂ ਉਹ ਦਾਣੇ ਪਾਉਂਦਾ, ਜਿਹੜੇ ਜਾਨਵਰ ਦਾਣੇ ਖਾਣ ਆਉਂਦੇ ਆ, ਉਹ ਜਾਨਵਰਾਂ ਨੂੰ ਪਕੜ ਲੈਂਦਾ। ਬਸ ਹੈ ਇੱਕੋ ਜਿਹਾ ਹੀ ਆ ਕੰਮ ਸਾਰਾ। ਧਰਮੀ ਸਾਰੇ ਆਪਾਂ ਨੂੰ ਇੱਕੋ ਜਿਹੇ ਹੀ ਲੱਗਦੇ ਆ। ਇੱਕ ਆ ਜਿਹੜੇ, ਜੇ ਤਾਂ ਅਸਲੀ ਧਰਮੀ ਨਾਲ ਤੁਹਾਡਾ ਬਾਹ ਪੈ ਗਿਆ ਫਿਰ ਤਾਂ ਹੋ ਜੂਗੀ ਧੰਨ ਧੰਨ ਭਾਈ, ਅਤੇ ਜੇ ਪੈ ਗਿਆ ਨਕਲੀ ਨਾ ਫਿਰ ਧਰਮ ਵੀ ਬੁਰਾ ਕਹਿਣ ਲੱਗ ਜਾਓਗੇ। ਤਾਂ ਹੀ ਲੋਕ ਬਾਗੀ ਹੋਈ ਜਾਂਦੇ ਆ। ਅਸਲੀ ਗੁਰਬਾਣੀ ਨੂੰ, ਅਸਲੀ ਧਰਮ ਨੂੰ ਨਹੀਂ ਅਸੀਂ ਸਮਝਾ ਸਕੇ, ਇਹ ਗਿਆਨ ਨੂੰ ਅਸੀਂ ਪੂਰਾ ਪ੍ਰਚਾਰ ਨਹੀਂ ਸਕੇ। ਇਸ ਕਰਕੇ ਸਾਡੇ ਗੁਰੂ ਘਰਾਂ ਦੇ ਵਿੱਚ, ਸਾਡੇ ਸਿੱਖ ਧਰਮ ਦੇ ਵਿੱਚ ਵੀ ਮਾਇਆ ਵੜ ਗਈ। ਬੱਗਾ ਬੱਗੇ ਕੱਪੜੇ, ਉੱਧਰ ਨੂੰ ਹੀ ਸਾਡਾ ਝੁਕਾਅ ਹੋ ਗਿਆ ਭਾਈ, ਕਿਉਂਕਿ ਗੁਰਬਾਣੀ ਲੜ ਲੱਗੇ ਹੀ ਨਹੀਂ, ਗੁਰਬਾਣੀ ਪੜ੍ਹੀ ਨਹੀਂ, ਗੁਰਬਾਣੀ ਸਮਝੀ ਨਹੀਂ। ਇਹ ਸਾਡੇ ਨਾਲ ਤਾਂ ਹੋਇਆ। ਇਹ ਬੱਗਾ ਬੱਗੇ ਕੱਪੜੇ ਤੀਰਥ ਮੰਝ ਬਸਨ। ਤੀਰਥਾਂ 'ਤੇ ਭਾਈ ਜਿਹੜਾ ਬੱਗੇ ਬੱਗੇ ਕੱਪੜੇ ਪਾ ਕੇ ਬੈਠੇ ਆ ਤਾਂ ਲੁੱਟਣ ਨੂੰ ਬੈਠੇ ਆ। ਮਹਾਰਾਜ ਕਹਿੰਦੇ ਘੁੱਟ ਘੁੱਟ ਜੀਆ ਖਾਵਣੇ ਬੱਗੇ ਨਾ ਕਹੀ ਅੰਨ। ਇਹ ਜਿਹੜੇ ਤੀਰਥ ਬਣਾ ਕੇ ਬੈਠੇ ਆ ਨਾ, ਇਹ ਤਾਂ ਜੀਆਂ ਨੂੰ ਖਾਵਣੇ ਆ, ਬੱਗੇ ਨਾ ਕਹੀ ਅੰਨ। ਕਿਤੇ ਇਹਨਾਂ ਨੂੰ ਧਰਮੀ ਨਾ ਸਮਝ ਲਿਓ ਭਾਈ, ਇਹ ਨਕਲੀਆਂ ਨੂੰ ਅਸਲੀ ਨਾ ਸਮਝ ਲਿਓ ਭਾਈ, ਕਿਤੇ ਆ ਬਗਲਿਆਂ ਨੂੰ ਹੰਸ ਨਾ ਸਮਝ ਲਿਓ ਭਾਈ। ਸਿਮਲ ਰੁੱਖ ਸਰੀਰ ਮੈਂ ਜਿਨ ਦੇਖ ਪੁਲਨ। ਹੋਰ ਉਦਾਹਰਨ ਦੇ ਰਹੇ ਆ ਗੁਰੂ ਬਾਬਾ ਜੀ। ਸਿਮਲ ਰੁੱਖ, ਸਿਮਲ ਦਾ ਰੁੱਖ ਹੁੰਦਾ, ਅਤ ਦੀ ਸਿਮਲ ਰੁੱਖ ਸੁਰਾਇਰਾ ਅਤ ਦੀਰਘ ਅਤ ਮੁੱਚ। ਉਹ ਜੇ ਆਵੇ ਆਸ ਕਰ ਜਾਹੇ ਨਿਰਾਸੇ ਕਿਤ। ਹੁਣ ਪੰਛੀ ਆਉਂਦੇ ਆ, ਉਹਦੇ ਕਹਿੰਦੇ ਫਲ ਫਿੱਕੇ ਫੁੱਲ ਬਕ ਬਕੇ। ਸਿਮਲ ਰੁੱਖ ਹੁੰਦਾ ਤਾਂ ਬਹੁਤ ਵੱਡਾ, ਚਮਕਦਾ ਬੜਾ। ਕਹਿੰਦੇ ਪੰਛੀ ਆਉਂਦੇ ਆ ਆਸ ਕਰਕੇ, ਨਾ ਉਹਨੂੰ ਕੋਈ ਫਲ ਲੱਗਦਾ ਅਤੇ ਨਾ ਉਹਦੀ ਚੱਜ ਨਾਲ ਕਹਿੰਦੇ ਛਾਂ ਹੁੰਦੀ ਆ, ਅਤੇ ਉਹ ਨਿਰਾਸ਼ ਹੋ ਕੇ ਵਿਚਾਰੇ ਮੁੜ ਜਾਂਦੇ ਆ। ਹੁਣ ਸਿਮਲ ਰੁੱਖ ਸਰੀਰ, ਇਹ ਸਰੀਰ ਵੀ ਸਾਡਾ ਜੇ ਬਾਹਰੋਂ ਬਣਾ ਲਿਆ ਤਾਂ ਸਿਮਲ ਰੁੱਖ ਵਰਗਾ ਹੀ ਆ ਸਮਝ ਲਓ। ਕਿਉਂਕਿ ਲੋਕ ਤਾਂ ਆਉਣਗੇ ਧਰਮੀ ਸਮਝ ਕੇ ਵੀ ਇਹ ਤੋਂ ਕੁਛ ਨਾ ਕੁਛ ਮਿਲੂਗਾ, ਅਤੇ ਨਿਰਾਸ਼ ਹੋ ਕੇ ਚਲੇ ਜਾਣਗੇ। ਸਿਮਲ ਰੁੱਖ ਸਰੀਰ ਮੈਜਨ ਤੋਤੇ, ਮੈਜਨ ਹੁੰਦੇ ਤੋਤੇ, ਦੇਖ ਭੁਲੰਨ। ਤੋਤੇ ਵਿਚਾਰੇ ਦੇਖ ਕੇ ਭੁੱਲ ਜਾਂਦੇ ਆ। ਧਰਮੀ ਅਸਲੀ ਹੈ ਨਹੀਂ ਸੀਗਾ। ਹੁਣ ਇਹ ਗੱਲ ਸਾਡੇ 'ਤੇ ਆਉਣੀ ਹੈ। ਲੋਕ ਵਿਚਾਰੇ ਅਨਭੋਲ ਆ ਜਿਹੜੇ, ਉਹ ਦੇਖ ਕੇ ਭੁੱਲ ਜਾਂਦੇ ਆ, ਭੁਲੇਖੇ 'ਚ ਪੈ ਜਾਂਦੇ ਆ ਭਾਈ। ਸੇ ਫਲ ਕੰਮ ਨਾ ਆਵਨੀ। ਉਹਦੇ ਜਿਹੜੇ ਹੈਗਾ ਸਿਮਲ ਰੁੱਖ, ਮੈਂ ਸਿਮਲ ਰੁੱਖ ਹਾਂ, ਉਹਦੇ ਫਲ ਕੰਮ ਨਹੀਂ ਆਉਂਦੇ। ਫਲ ਮੇਰੇ ਫਲ, ਮੈਂ ਕਿਹੜਾ ਕੰਮ ਦਾ ਵਾਂ, ਮੈਂ ਕਿਹੜਾ ਇਨਸਾਨ ਆ, ਮੈਂ ਕਿਹੜਾ ਪਰਉਪਕਾਰੀ ਆ, ਮੈਂ ਕਿਹੜਾ ਧਰਮੀ ਆ, ਮੈਂ ਕਿਹੜਾ ਗੁਰਮੁਖ ਆ। ਮੇਰਾ ਵੀ ਇਹੀ ਹਾਲ ਆ। ਸੇ ਫਲ ਕੰਮ ਨਾ ਆਵਨੀ ਤੇ ਗੁਣ ਮੈਂ ਤਨ ਹਨ। ਉਹ ਸਿਮਲ ਰੁੱਖ ਦੀ ਉਦਾਹਰਨ, ਇਹ ਤਾਂ ਮੇਰੇ ਤਨ ਦੇ ਵਿੱਚ ਆਹ ਲੱਛਣ ਆ, ਗੁਣ ਜਿਹਨੂੰ ਕਹਿ ਲਈਏ ਵੀ ਮੇਰੇ ਤਨ ਦੇ ਵਿੱਚ ਇਸ ਤਰ੍ਹਾਂ। ਜੇ ਮੈਂ ਗੁਰੂ ਨਾਲ ਨਾ ਜੁੜਿਆ, ਮੇਰੇ ਅੰਦਰ ਗੁਣ ਪੈਦਾ ਨਹੀਂ ਹੋਣੇ, ਫਿਰ ਮੈਂ ਸਿਮਲ ਰੁੱਖ ਵਰਗਾ ਹੀ ਹਾਂ। ਅਤੇ ਜੇ ਗੁਰੂ ਨਾਲ ਜੁੜ ਗਿਆ, ਅੰਦਰੋਂ ਭਰ ਗਿਆ। ਅੰਦਰੋਂ ਖਾਲੀ ਅਤੇ ਅੰਦਰੋਂ ਭਰੇ ਦੀ ਗੱਲ ਗੁਰੂ ਬਾਬਾ ਜੀ ਸਮਝਾ ਰਹੇ ਹਨ। ਅੰਦੁਲੈ ਭਾਰ ਉਠਾਏ ਆ ਡੂਗਰ ਬਾਟ ਬਹੁਤ। ਗੁਰੂ ਬਾਬਾ ਜੀ ਸਮਝਾ ਰਹੇ ਹਨ, ਗੁਰੂ ਨਾਲ ਜੁੜੇ ਤੋਂ ਬਿਨਾਂ ਮਨੁੱਖ ਅੰਨਾ ਹੀ ਰਹਿੰਦਾ ਹੈ। ਗਿਆਨ ਤੋਂ ਬਿਨਾਂ ਕਬੀਰਾ ਜਹਾਂ ਗਿਆਨ ਤਹ ਧਰਮ ਹੈ। ਉੱਥੇ ਧਰਮ ਦੀ ਸ਼ੁਰੂਆਤ ਹੋਣੀ ਹੈ। ਜਿੰਨਾ ਚਿਰ ਅਸੀਂ ਗੁਰੂ ਨਾਲ ਨਹੀਂ ਜੁੜਦੇ, ਗੁਰਬਾਣੀ ਨਾਲ ਨਹੀਂ ਜੁੜਦੇ, ਗਿਆਨ ਨਾਲ ਨਹੀਂ ਜੁੜਦੇ, ਉਨਾ ਚਿਰ ਅਸੀਂ ਅੰਦਰੋਂ ਜਿਹੜਾ ਹੈ ਸੌਖੇ ਨਹੀਂ ਹੋ ਸਕਦੇ। ਵਾਧੂ ਦਾ ਭਾਰ ਉਠਾਇਆ ਅੰਦੁਲੈ
ਅੰਧੇ ਲੋਕਾਂ ਨੇ ਜਾਂ ਮੈਂ ਅੰਨੇ ਨੇ ਗੁਰੂ ਨਾਲ ਜੁੜਿਆ ਨਹੀਂ ਕਰਕੇ ਕਰਮ ਕਾਂਡਾਂ ਦਾ ਭਾਰ ਉਠਾਇਆ ਹੋਇਆ ਹੈ। ਡੂਗਰ ਬਾਟ ਬਹੁਤ। ਹੁਣ ਕਰਮ ਕਾਂਡਾਂ ਦੀ ਪਾਪਾਂ ਦੀ ਪੰਡ ਮੇਰੇ ਸਿਰ ਤੇ ਭਾਰ ਬਹੁਤ ਬਣ ਗਿਆ। ਹੁਣ ਮੈਂ ਜਦੋਂ ਧਰਤੀ ਤੇ ਆਇਆ ਸੀ, ਮਨੁੱਖ ਚਾਹੇ ਜਿਹਦਾ ਮਰਜ਼ੀ ਬੱਚਾ ਦੇਖ ਲਓ ਕਿੰਨਾ ਰੱਬ ਰੂਪ ਹੁੰਦਾ, ਉਦੋਂ ਬਾਅਦ ਦਾ ਫਿਰ ਜੀਵਨ ਆ ਅਸਲੀ ਕੀ ਬਤੀਤ ਕਰਦਾ, ਤੇ ਅਖੀਰ ਤੇ ਜਾ ਕੇ ਫਿਰ ਉਹਦਾ ਲੇਖਾ ਹਿਸਾਬ ਕਿਤਾਬ ਹੁੰਦਾ। ਜੀਵਨ ਦੇ ਵਿੱਚ ਕੀ ਕੀਤਾ, ਚੰਗਿਆਈਆਂ ਕੀਤੀਆਂ ਕਿ ਬੁਰਾਈਆਂ ਕੀਤੀਆਂ। ਹੁਣ ਭਾਰ ਲੈ ਕੇ ਚੱਲਿਆ ਕਰਮ ਕਾਂਡਾਂ ਦਾ, ਪਾਪਾਂ ਦਾ, ਕਿ ਸਾਰਾ ਕੁਝ ਜਿਸ ਤਰ੍ਹਾਂ ਜਨਮਿਆ ਸੀ, ਜਿਵੇਂ ਬੱਚਾ ਸਾਫ਼ ਸੀ, ਝੂਠ ਨਹੀਂ ਬੋਲਦਾ ਸੀ, ਬੇਈਮਾਨੀ ਨਹੀਂ ਕਰਦਾ ਸੀ, ਧੋਖਾ ਨਹੀਂ ਕਰਦਾ ਸੀ, ਠੱਗੀਆਂ ਨਹੀਂ ਮਾਰਦਾ ਸੀ, ਜੇ ਤਾਂ ਉਸੇ ਤਰ੍ਹਾਂ ਹੀ ਰਿਹਾ ਫਿਰ ਤਾਂ ਠੀਕ ਆ, ਗੁਰੂ ਨਾਲ ਜੁੜ ਕੇ ਉਸੇ ਤਰ੍ਹਾਂ ਦਾ ਹੀ ਬਣ ਜਾਣਾ। ਜੇ ਨਹੀਂ ਜੁੜਿਆ ਫਿਰ ਭਾਈ ਉਠਾਇਆ ਭਾਰ, ਤੇ ਡੂਗਰ ਬਾਟ ਬਹੁਤ ਤੇ ਬਾਟ ਵੀ ਲੰਮੀ ਆ। ਇਹ ਆਤਮਿਕ ਜਿਹੜਾ ਸਫ਼ਰ ਆ ਨਾ, ਜਦੋਂ ਭਾਰ ਰੱਖਿਆ, ਇੱਕ ਨੇ ਤਾਂ ਹੁਣ ਖਾਲੀ 2 ਬੱਚੇ ਆ, ਮੰਨ ਲਓ 2 ਬੱਚੇ ਦੌੜਨ ਲੱਗੇ ਆ, ਇੱਕ ਤੇ 50 ਕਿਲੋ ਭਾਰ ਰੱਖਤਾ, ਇੱਕ ਖਾਲੀ ਆ, ਤੇ ਹੁਣ ਕਿਹੜਾ ਮੂਹਰੇ ਜਾਊਗਾ, ਕਿਹੜਾ ਭੱਜੂਗਾ? 50 ਕਿਲੋ ਭਾਰ ਵਾਲਾ ਵਿਚਾਰਾ ਕੀ ਕਰੂਗਾ? ਪਾਪਾਂ ਦਾ ਭਾਰ ਇਸ ਤਰ੍ਹਾਂ ਮਨ ਰੂਪੀ ਬੱਚੇ ਤੇ ਕਰਮ ਕਾਂਡਾਂ ਦਾ ਭਾਰ ਪੈ ਜਾਂਦਾ, ਉਹ ਰੱਬ ਵੱਲ ਨੂੰ ਨਹੀਂ ਦੌੜ ਸਕਦਾ ਭਾਈ। ਜੇ ਗੁਰੂ ਨਾਲ ਜੁੜਾਂਗੇ ਫਿਰ ਸਾਡੇ ਆ ਜਿਹੜੇ ਕਰਮ ਕਾਂਡ ਆ ਸਾਰੇ ਇਹ ਜਿਹੜਾ ਹੈ ਨਿਕਲ ਜਾਣਗੇ, ਅੰਦਰੋਂ ਗਿਆਨ ਆ ਜੂ, ਅੰਦਰੋਂ ਪ੍ਰਕਾਸ਼ ਹੋ ਜੂ, ਹੌਲੇ ਹੋ ਜਾਾਂਗੇ ਅਸੀਂ। ਕਰਮ ਕਾਂਡ ਛੱਡ ਕੇ ਬੰਦਾ ਹੌਲਾ ਹੋ ਜਾਂਦਾ। ਅੰਦਰਲਾ ਭਾਰ ਉਠਾਇਆ ਡੂਗਰ ਬਾਟ ਬਹੁਤ, ਅੱਖੀਂ ਲੋੜੀ ਨਾ ਲਹਾਂ ਹਉ ਚੜ ਲੰਘਾਂ ਕਿਤ। ਹੁਣ ਰਸਤਾ ਵੀ ਨਹੀਂ, ਅੱਖਾਂ ਉਹ ਹੈ ਨਹੀਂ ਗੀਆਂ, ਕਿਹੜੀਆਂ ਅੱਖਾਂ ਬਾਹਰਲੀਆਂ ਤਾਂ ਦੀਂਦੀਆਂ, ਇਹ ਤਾਂ ਮਾਇਆਵਾਦੀ ਹੈ, ਤਾਂ ਮਾਇਆ ਨੂੰ ਪੈਂਦੀਆਂ। ਜਿਹੜੀਆਂ ਮਨ ਤੇ ਬੁੱਧ ਦੀਆਂ ਅੱਖਾਂ ਸੀ, ਜਿਹੜਾ ਤੀਜਾ ਨੇਤਰ ਖੋਲ੍ਹਣਾ ਸੀ, ਜਿਹੜਾ ਗਿਆਨ ਲੈਣਾ ਸੀ, ਉਹ ਹੈ ਨਹੀਂ ਗੀਆਂ ਮੇਰੇ ਕੋਲੇ। ਉਹਦੇ ਨਾਲ ਹੀ ਤਾਂ ਦਿਸਣਾ ਸੀ। ਸੇ ਅੱਖੜੀਆਂ ਬਿਆਨ ਜਿੰਨੀ ਦਸੰਦੋ ਮਾਂ ਪੀਰੀ, ਅੱਖੀਂ ਲੋੜੀ ਨਾ ਲਹਾਂ, ਨਾ ਮੈਂ ਲੋੜ ਸਮਝੀ, ਨਾ ਮੈਨੂੰ ਕਿਸੇ ਨੇ ਸਮਝਾਇਆ ਵੀ ਗੁਰਬਾਣੀ ਤੋਂ ਬਿਨਾਂ ਤੇਰਾ ਸਰਨਾ ਨਹੀਂ ਭਾਈ। ਸਭ ਕੁਝ ਗੁਰਬਾਣੀਓ ਹੀ ਹੈ, ਗੁਰਬਾਣੀ ਤੋਂ ਬਿਨਾਂ ਤੂੰ ਕਿਸੇ ਕੰਮ ਦਾ ਹੈ ਹੀ ਨਹੀਂ, ਧਰਮੀ ਹੋ ਹੀ ਨਹੀਂ ਸਕਦਾ। ਅੱਖੀਂ ਲੋੜੀ ਨਾ ਲਾਹਾਂ, ਨਾ ਮੈਂ ਲੋੜ ਸਮਝੀ, ਨਾ ਮੈਂ ਉਹ ਗਿਆਨ ਦੀਆਂ ਅੱਖਾਂ ਲਈਆਂ, ਹਉ ਚੜ ਲੰਘਾਂ ਕਿਤ। ਹੁਣ ਨਾ ਮੈਨੂੰ ਦੀਂਦਾ, ਅੰਨਾ ਹੈਗਾ ਮਾਂ ਆਤਮਿਕ ਤੌਰ ਤੇ, ਉੱਤੋਂ ਪਾਪਾਂ ਦਾ ਕਰਮ ਕਾਂਡਾਂ ਦਾ ਭਾਰ ਆ, ਤੇ ਕਿਵੇਂ ਲੰਘਾਂ ਮੈਂ ਹੁਣ? ਹਉ ਚੜ ਲੰਘਾਂ ਕਿਤ, ਕਾਹਦੇ ਤੇ ਚੜ੍ਹ ਕੇ ਲੰਘਾਂ? ਗਿਆਨ ਦੇ ਘੋੜੇ ਤੇ ਚੜ੍ਹ ਕੇ ਪਾਰ ਹੋਣਾ ਸੀ ਭਵ ਜਲ ਤੋਂ, ਉਹ ਤਾਂ ਮੈਂ ਲਿਆ ਹੀ ਨਹੀਂ, ਗੁਰੂ ਕੋਲ ਬੈਠਾ ਹੀ ਨਹੀਂ, ਨਾ ਮੈਂ ਲੋੜ ਸਮਝੀ ਹੈ ਭਾਈ। ਚੱਕਰੀਆਂ ਚੰਗਿਆਈਆਂ ਅਵਰ ਸਿਆਣਪ ਕਿਤ। ਹੁਣ ਗੁਰੂ ਤੋਂ ਬਿਨਾਂ, ਇੱਕ ਗੁਰੂ ਨਾਲ ਜੁੜਿਆ ਹੋਇਆ ਮਨੁੱਖਾ ਤੇ ਇੱਕ ਗੁਰੂ ਤੋਂ ਟੁੱਟਿਆ ਹੋਇਆ। ਚੱਕਰੀਆਂ ਚੰਗਿਆਈਆਂ, ਜਿਹੜਾ ਟੁੱਟਿਆ ਹੋਇਆ ਉਹ ਬਾਲੇ ਪਖੰਡ ਕਰਦਾ ਹੁੰਦਾ। ਸਗੋਂ ਇਹ ਵੀ ਦੇਖ ਲਿਓ ਤੁਸੀਂ, ਚਾਕਰੀਆਂ, ਬੜਾ ਚਾਕਰ ਬਣੂ, ਮੈਂ ਗੁਰੂ ਦਾ ਚਾਕਰ ਆ, ਮੈਂ ਗੁਰੂ ਦਾ ਬਾਹਰੋਂ। ਚੰਗਿਆਈਆਂ ਬੜੀਆਂ ਚੰਗਿਆਈਆਂ ਕਰਦਾ, ਚਾਕਰੀਆਂ ਚੰਗਿਆਈਆਂ ਬੜੀਆਂ ਚਾਪਲੂਸੀਆਂ ਕਰਦਾ, ਆਪਦੇ ਜਾਣੇ ਚੰਗੇ ਕੰਮ ਕਰਦਾ, ਤੇ ਹੋਰ ਬਹੁਤ ਕੁਝ ਕਰਦਾ। ਅਵਰ ਸਿਆਣਪ ਕਿਤ, ਪਰ ਕਿੱਥੋਂ ਸਿਆਣਪ ਆ ਸਕਦੀ ਹੈ? ਹੋਰ ਸਾਰਾ ਕੁਝ ਦੇਖੋ ਭਾਈ ਗੁਰਮੁਖ ਪਿਆਰਿਓ, ਵਧੀਆ ਪਰਿਵਾਰ, ਵਧੀਆ ਵਹੁਟੀ ਮਿਲ ਸਕਦੀ ਹੈ ਬਾਏ ਚਾਂਸ, ਪੈਸਾ ਧੇਲਾ ਬਹੁਤ ਮਿਲ ਸਕਦਾ, ਤੁਹਾਡੀ ਲਾਟਰੀ ਨਿਕਲ ਆਵੇ, ਕੋਈ ਮਾਸੀ ਭੂਆ ਦਾ ਕੋਈ ਪੁਰਾਣਾ ਆ ਜਾਵੇ, ਕੋਈ ਕਿਸੇ ਤਰ੍ਹਾਂ ਦਾ ਕੋਈ ਕੁਛ ਵੀ ਮਿਲ ਸਕਦਾ, ਪਰ ਅਕਲ ਗਿਆਨ ਇਹ ਬਿਨਾਂ ਕੋਸ਼ਿਸ਼ ਤੋਂ, ਬਿਨਾਂ ਮਿਹਨਤ ਤੋਂ ਨਹੀਂ ਪ੍ਰਾਪਤ ਹੁੰਦਾ। ਅਸਲ ਗੱਲ ਇਹ ਹੈ, ਗੁਰੂ ਬਾਬਾ ਜੀ ਆਹ ਸਮਝਾ ਰਹੇ ਹਨ, ਚਾਕਰੀਆਂ ਚੰਗਿਆਈਆਂ ਅਵਰ ਸਿਆਣਪ ਕਿਤ, ਲੱਖ ਸਿਆਣਪਾਂ ਹੋਏ ਇੱਕ ਨਾ ਚੱਲੈ ਨਾਲ। ਰੱਬ ਦੇ ਘਰ ਵੱਲ ਨੂੰ ਇੱਕ ਨਹੀਂ ਚੱਲਦੀ। ਬਾਹਰਲੀਆਂ ਚਲਾਕੀਆਂ ਜਿਹੜੀਆਂ, ਇੱਕ ਆਪਾਂ ਐਂ ਸਮਝ ਲਈਏ ਜੇ ਬਾਹਲੀ ਗੱਲ ਆ ਤਾਂ ਨੇੜੇ ਹੋਰ ਜਾਣਾ, ਤਾਂ ਇੱਕ ਤਾਂ ਬਿਰਤੀ ਹੈ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਵਾਲੀ, ਇੱਕ ਬਿਰਤੀ ਹੈ ਭਾਈ ਜਿਹੜੇ ਉਹ ਗੁਰੂ ਅਰਜਨ ਪਾਤਸ਼ਾਹ ਜੀ ਦੇ ਸੀਗੇ, ਉਹ ਪਿਰਥੀ ਚੰਦ ਵਾਲੀ ਬਿਰਤੀ ਹੈ। ਇਹ ਇਸ ਤਰ੍ਹਾਂ ਲਾ ਲਈਏ ਆਪਾਂ, ਜਿਵੇਂ ਮਰਜ਼ੀ ਲਾ ਲਈਏ, ਇੱਕ ਸੱਚ ਤੇ ਇੱਕ ਝੂਠ। ਅੰਦਲੇ ਪਾਰ ਉਠਾਇਆ ਡੂਗਰ ਬਾਟ ਬਹੁਤ, ਅੱਖੀਂ ਲੋੜੀ ਨਾ ਲਹਾਂ ਹਉ ਚੜ ਲੰਘਾਂ ਕਿਤ। ਚਾਕਰੀਆਂ ਚੰਗਿਆਈਆਂ ਅਵਰ ਸਿਆਣਪ ਕਿਤ। ਹੁਣ ਅਖੀਰ ਗੱਲ ਆ ਆਪਾਂ ਧਿਆਨ ਦੇ ਨਾਲ ਸੁਣਨੀ ਹੈ ਭਾਈ ਸਾਰਿਆਂ ਨੇ। ਨਾਨਕ
ਨਾਮ ਸੰਭਾਲ ਤੂੰ ਬੱਧਾ ਛੁਟਹਿ ਜਿੱਤ। ਸਾਰੀਆਂ ਉਦਾਹਰਨਾਂ ਦੇ ਕੇ, ਬਿਲਡਿੰਗਾਂ ਸਾਨੂੰ ਦਿਖਾ ਕੇ, ਸਾਰਾ ਕੁਝ ਸਿਮਲ ਰੁੱਖ ਦੇ ਦਰਸ਼ਨ ਕਰਾ ਕੇ ਸਾਰਾ ਕੁਝ ਸਾਡੇ ਤੇ ਟੁਕਾ ਦਿੱਤਾ। ਨਾਨਕ ਗੁਰੂ ਬਾਬਾ ਜੀ ਗੁਰੂ ਨਾਨਕ ਜੀ ਸਮਝਾ ਰਹੇ ਹਨ, ਨਾਮ ਸੰਭਾਲ ਤੂੰ। ਹੁਣ ਇਹ ਆਪਾਂ ਨੂੰ ਸਿੱਖਿਆ ਦਿੱਤੀ ਜਾ ਰਹੀ ਹੈ, ਆਪਣੇ ਵਾਸਤੇ ਹੈ ਇਹ, ਕਿ ਮੈਂ ਨਾਮ ਲੈਣਾ। ਨਾਮ ਕਿੱਥੋਂ ਮਿਲਦਾ? ਗੁਰੂ ਤੋਂ। ਗੁਰੂ ਦੇ ਕੋਲ ਬੈਠਣਾ, ਮੈਂ ਗੁਰੂ ਦਾ ਗਿਆਨ ਪ੍ਰਾਪਤ ਕਰਨਾ, ਫਿਰ ਇਹ ਨਾਮ ਤੱਕ ਪਹੁੰਚਣਾ। ਨਾਨਕ ਨਾਮ ਸੰਭਾਲ ਤੂੰ ਬੱਧਾ ਛੁਟਹਿ ਜਿੱਤ। ਹੁਣ ਬੰਨਿਆ ਹੋਇਆ ਤੂੰ, ਕਾਹਦੇ ਨਾਲ ਬੰਨਿਆ? ਬਾਹਰੋਂ ਸਰੀਰ ਨਹੀਂ ਬੰਨਿਆ ਹੋਇਆ, ਸਰੀਰ ਤਾਂ ਆਜ਼ਾਦ ਹੋ ਗਿਆ। ਸਰੀਰ ਆਜ਼ਾਦ ਆ, ਜਿੱਥੇ ਮਰਜੀ ਬੈਠਾ ਜਾਵਾਂ, ਆਜ਼ਾਦ ਦੇਸ਼ ਦਾ ਵਾਸੀ ਆ। ਹੁਣ ਕਿੱਥੋਂ ਬੰਨਿਆ ਕੀ ਹੈ? ਮਨ ਬੰਨਿਆ ਹੋਇਆ। ਕਿਹਨੇ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਨਿੰਦਿਆ, ਚੁਗਲੀ, ਸਾੜਾ, ਇਹਨਾਂ ਚੀਜ਼ਾਂ ਨੇ, ਔਗਣਾਂ ਨੇ ਕਹਿ ਲਈਏ ਆਪਾਂ, ਮਨ ਨੂੰ ਬੰਨਿਆ ਹੋਇਆ। ਗੁਰੂ ਨਾਲ ਜੁੜ ਕੇ ਅਸੀਂ ਔਗਣ ਆਪਣੇ ਖਤਮ ਕਰਨੇ ਆ ਤੇ ਗੁਣ ਅਸੀਂ ਆਪਣੇ ਅੰਦਰ ਪੈਦਾ ਕਰ ਲੈਣੇ ਆ। ਜਾਂ ਐਂ ਉਦਾਹਰਨ ਸਮਝ ਲਈਏ ਵੀ ਜਿਹੜਾ ਮਿਹਨਤ ਕਰਨ ਲੱਗ ਗਿਆ ਭਾਈ, ਜਿਹੜਾ ਇੱਧਰ ਨਾਮ ਵੱਲ ਨੂੰ ਚੱਲ ਪਿਆ, ਆਪਣੇ ਆਪ ਨੂੰ ਸਵਾਰਨ ਵੱਲ ਨੂੰ ਚੱਲ ਪਿਆ, ਆਤਮਿਕ ਗਿਆਨ ਵੱਲ ਨੂੰ ਚੱਲ ਪਿਆ, ਤਾਂ ਐਂ ਸਮਝ ਲਓ ਵੀ ਬੰਦੇ ਦੇ ਵਿੱਚ, ਮੰਨ ਲਓ ਮੂਲ ਧਨ 100 ਵਾਲੀ ਗੱਲ ਆ ਵੀ 5 ਗੁਣ ਤੇ 5 ਹੈਗੇ ਆ ਔਗਣ। ਹੁਣ ਮੰਨ ਲਓ ਮੈਂ ਮਿਹਨਤ ਕੀਤੀ ਆਪਣੇ ਆਪ ਤੇ, ਮੈਂ ਆਪਣਾ ਇੱਕ ਔਗਣ ਖਤਮ ਕਰ ਲਿਆ। ਫਿਰ ਇੱਧਰ ਕੀ ਹੋ ਗਏ? ਉਹ ਰਹਿਣੇ 10 ਹੀ ਆ, ਇੱਧਰ 6-4 ਦੀ ਰੇਸ਼ੋ ਹੋ ਗਈ। ਠੀਕ ਹੈ। ਫਿਰ ਉੱਧਰ 3 ਤੇ ਉੱਧਰ 7, ਔਗਣ 3 ਰਹਿ ਗਏ ਤੇ ਗੁਣ 7 ਹੋ ਗਏ। ਮਿਹਨਤ ਦਾ ਕੰਮ ਆ ਇਹ, ਅੰਦਰਲਾ ਆਪਣੇ ਆਪ ਤੇ ਕੰਮ ਕਰਨ ਵਾਲਾ ਇਹ। ਤੇ ਫਿਰ ਉਸ ਤੋਂ ਬਾਅਦ ਇੱਧਰ ਔਗਣ 2 ਰਹਿ ਗਏ ਤੇ ਗੁਣ 8 ਬਣ ਗਏ। ਫਿਰ ਉਸ ਤੋਂ ਬਾਅਦ ਹੋਰ ਮਿਹਨਤ ਕੀਤੀ, ਹੋਰ ਮਿਹਨਤ ਕੀਤੀ, ਫਿਰ ਉੱਧਰ 1 ਰਹਿ ਗਿਆ ਔਗਣ ਤੇ 9 ਹੋ ਗਏ ਗੁਣ। ਫਿਰ ਹੋਰ ਮਿਹਨਤ ਕੀਤੀ, ਇਦੋਂ ਵੱਧ ਨਹੀਂ। ਇੱਕ ਔਗਣ ਬੰਦੇ ਦੇ ਹਰ ਅੰਦਰ ਹੁੰਦਾ ਹੈ, ਮੇਰਾ ਮੰਨਣਾ, ਮੇਰਾ ਤਜਰਬਾ ਵੀ ਹੈ। ਲੁਕੋ ਲੈਂਦਾ ਬੰਦਾ, ਉਹ ਗੱਲ ਵੱਖਰੀ ਹੈ। ਚੰਗੇ ਚੰਗੇ ਬੰਦਿਆਂ ਨਾਲ ਮੇਰਾ ਵਾਹ ਪਿਆ, ਇਹ ਗੱਲ ਮੰਨ ਲੈਣੀ ਚਾਹੀਦੀ ਹੈ ਵੀ ਇੱਕ ਅੱਧਾ ਔਗਣ ਤਾਂ ਬੰਦੇ ਦੇ ਵਿੱਚ ਹੁੰਦਾ ਹੀ ਹੈ, ਨਹੀਂ ਤਾਂ ਰੱਬ ਦਾ ਰੂਪ ਬਣ ਜਾਵੇ, ਰੱਬ ਦੇ ਨੇੜੇ ਹੋ ਸਕਦਾ, ਰੱਬ ਦੇ ਵਿੱਚ ਸਮਾ ਸਕਦਾ ਮਨੁੱਖ। ਫਿਰ ਵੀ ਦੁਨਿਆਵੀ ਜੀਵ ਆ, ਇੱਕ ਅੱਧੇ ਔਗਣ ਹੋਵੇ ਤਾਂ ਇਹਦੇ ਨਾਲ ਹੰਕਾਰ ਨਹੀਂ ਹੁੰਦਾ, ਸਗੋਂ ਹੰਕਾਰ ਟੁੱਟਿਆ ਰਹਿੰਦਾ। ਆਪਣੇ ਆਪ ਨੂੰ ਪੋਜ਼ੀਟਿਵ ਰੱਖਣਾ, ਬਸ ਆਪਣੇ ਆਪ ਨੂੰ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੋੜਨਾ, ਤੇ ਹਰ ਸਮੇਂ ਉਹ ਬੰਦਾ ਕਾਮਯਾਬ ਆ। ਜਦੋਂ ਆਪਾਂ ਕਹਿੰਦੇ ਹਾਂ ਵੀ ਕੈਮਰਾ ਲੱਗਿਆ ਭਾਈ, ਆਪਾਂ ਅਲਰਟ ਹੋ ਜਾਂਦੇ ਹਾਂ। ਉਹ ਵਾਹਿਗੁਰੂ ਦਾ ਕੈਮਰਾ ਚੱਲਦਾ, ਸਾਡੇ ਸੱਚ ਝੂਠ ਨੂੰ ਉਹ ਵਾਹਿਗੁਰੂ ਜਾਣਦਾ। ਹੁਣ ਕਿਹਦੇ ਨਾਲ ਧੋਖਾ ਕਰੀਏ, ਕਿਉਂਕਿ ਉਹ ਕਣ ਕਣ ਦੇ ਵਿੱਚ ਆ। ਉਹ ਤਾਂ ਮੇਰੀਆਂ ਸੋਚਾਂ ਫੁਰਨਿਆਂ ਨੂੰ ਜਾਣਦਾ। ਕਬੀਰ ਜਹਾਂ ਝੂਠ ਤਹਿ ਪਾਪ ਹੈ। ਪਾਪ ਤਾਂ ਅੰਦਰ ਹੀ ਹੋਈ ਜਾਂਦੇ ਆ, ਅਪਰਾਧ ਤਾਂ ਬਾਅਦ ਦੇ ਵਿੱਚ ਹੁੰਦਾ। ਜਿਵੇਂ ਮੰਨ ਲਓ ਮੈਂ ਕਿਸੇ ਦਾ ਬੁਰਾ ਕਰਨਾ, ਇਹ ਪਾਪ ਆ। ਮੈਂ ਸੋਚਣ ਲੱਗ ਗਿਆ, ਕੋਸ਼ਿਸ਼ ਕਰਨ ਲੱਗ ਗਿਆ, ਮੰਨ ਲਓ ਮੇਰਾ ਦਾ ਨਾ ਲੱਗਿਆ, ਮਹੀਨਾ ਲੰਘ ਗਿਆ, ਮਨ ਬਦਲ ਗਿਆ ਕਿਤੇ। ਹੁਣ ਉਹ ਅਪਰਾਧ ਤੋਂ ਤਾਂ ਮੈਂ ਗਿਆ ਬਚ, ਵੀ ਉਹਦਾ ਬੁਰਾ ਕਰਨਾ ਸੀ, ਉਹਨੂੰ ਕੁੱਟਣਾ ਸੀ, ਉਹਨੂੰ ਮਾਰਨਾ ਸੀ, ਉਹਦੀ ਲੱਤ ਬਾਂਹ ਤੋੜਨੀ ਸੀ, ਉੱਧਰੋਂ ਤਾਂ ਗਿਆ ਬਚ। ਪਰ ਅੰਦਰੋਂ ਜਿਹੜੀ ਸੋਚ ਲਈ, ਉਨਾ ਚਿਰ ਜਿਹੜੀ ਕਲਕਲ ਹੋਈ, ਕੀ ਉਹ ਪ੍ਰਮਾਤਮਾ ਤੋਂ ਗੁੱਝੀ ਰਹਿ ਜੂਗੀ? ਬਸ ਜਦੋਂ ਆਹ ਗੱਲ ਸਮਝ ਲਈ ਵੀ ਉਹ ਅੰਦਰ ਹੀ ਜੋਤ ਆ, ਅੰਦਰ ਹੀ ਬੈਠਾ, ਉਹ ਤਾਂ ਹੱਥ ਪੈਰਾਂ ਤੋਂ ਵੀ ਨੇੜੇ ਆ। ਉਹਨੂੰ ਹਾਜ਼ਰ ਨਾਜ਼ਰ ਜੀ ਨੇ ਸਮਝ ਲਿਆ, ਉਹ ਸਹੀ ਹੋ ਗਿਆ। ਸਮਝ ਲਓ ਮਹਾਰਾਜ ਸਮਝਾ ਰਹੇ ਹਨ ਕਿ ਬਾਹਰੋਂ ਨਹੀਂ ਭਾਈ ਰਹਿਣਾ, ਜਿੰਨੇ ਕੁ ਧਰਮੀ ਬਣਨਾ ਅਸੀਂ ਉਨੇ ਕੁ ਅਸਲੀ ਬਣਨਾ। ਇਹ ਸਮਝਾਈ ਹੈ ਸਾਰੇ ਸ਼ਬਦ ਦੇ ਵਿੱਚ ਗੁਰੂ ਨਾਨਕ ਬਾਬਾ ਜੀ ਨੇ। ਆਓ ਸਾਰੇ ਸ਼ਬਦ ਨੂੰ ਇੱਕ ਵਾਰੀ ਫੇਰ ਸਰਵਣ ਕਰ ਲਈਏ, ਤਾਂ ਕਿ ਸਾਨੂੰ ਅਰਥ ਆ ਜਿਹੜੇ ਚੰਗੀ ਤਰ੍ਹਾਂ ਸਾਡੇ ਅੰਦਰ ਇਹ ਵਸ ਜਾਣ। ਜਦੋਂ ਵੀ ਇਹ ਸ਼ਬਦ ਆਵੇ ਸਾਨੂੰ ਪਤਾ ਲੱਗ ਜਾਵੇ ਵੀ ਹਾਂ, ਇਹ ਸ਼ਬਦ ਦੇ ਵਿੱਚ ਆਹ ਸਿੱਖਿਆ ਦਿੱਤੀ ਹੋਈ ਹੈ ਸਾਨੂੰ। ਸੂਹੀ ਮਹੱਲਾ ਪਹਿਲਾ, ਘਰ ਛੇਵਾਂ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਉਜਲ ਕਹਿਹਾਂ ਚਿਲਕਣਾ, ਘੋਟਮ ਕਾਲੜੀ ਮਸ। ਧੋਤਿਆਂ ਝੂਠ ਨਾ ਉਤਰੈ, ਜੇ ਸੋ ਤੋਬਾਂ ਤਿਸ। ਸੱਜਣ ਸੇਈ ਨਾਲ ਮੈਂ, ਚਲਦਿਆਂ ਨਾਲ ਚਲਨ। ਜਿੱਥੇ ਲੇਖਾ ਮੰਗੀਐ, ਤਿੱਥੇ ਖੜੇ ਦਿਸਨ। ਰਹਾਉ ਕੋਠੇ ਮੰਡਪ ਮਾੜੀਆਂ, ਪਾਸੋ ਚਿਤ ਵੀ ਆਹਾ।
ਢੱਠੀਆਂ ਕੰਮ ਨਾ ਆਵਨੀ, ਵਿੱਚੋਂ ਸੱਖਣੀ ਆਹ। ਬੱਗਾ ਬੱਗੇ ਕੱਪੜੇ, ਤੀਰਥ ਮੰਜ ਬਸਨ, ਘੁੱਟ ਘੁੱਟ ਜੀਆ ਖਾਵਣੇ, ਘੁੱਟ ਘੁੱਟ ਜੀਆ ਖਾਵਣੇ, ਬੱਗੇ ਨਾ ਕਹੀ ਅੰਨ। ਸਿਮਲ ਰੁਖ ਸਰੀਰ ਮੈਂ ਜਿਨ ਦੇਖ ਭੁਲਨ, ਸੇ ਫਲ ਕੰਮ ਨਾ ਆਵਨੀ, ਤੇ ਗੁਣ ਮੈਂ ਤਨ ਹਨ। ਅੰਦੁਲੇ ਪਾਰ ਉਠਾਇਆ, ਡੂਗਰ ਬਾਟ ਬਹੁਤ, ਅੱਖੀਂ ਲੋੜੀ ਨਾ ਲਹਾ। ਹਉ ਚੜ ਲੰਗਾ ਕਿਤ, ਚਾਕਰੀਆਂ ਚੰਗਿਆਈਆਂ, ਅਵਰ ਸਿਆਣਪ ਕਿਤ। ਨਾਨਕ ਨਾਮ ਸੰਭਾਲ ਤੂੰ, ਬੱਦਾ ਛੁਟਹਿ ਜਿਤ। ਨਾਨਕ ਨਾਮ ਸੰਭਾਲ ਤੂੰ, ਬੱਦਾ ਛੁਟਹਿ ਜਿਤ। ਸੋ ਗੁਰਮੁਖ ਪਿਆਰਿਓ, ਹੱਥ ਜੋੜ ਕੇ ਮੇਰੀ ਬੇਨਤੀ ਹੈ ਬਈ ਆਪ ਵੀ ਗੁਰਬਾਣੀ ਦੇ ਨਾਲ ਜੁੜੋ ਅਤੇ ਆਪਣੇ ਬੱਚਿਆਂ ਨੂੰ ਵੀ ਗੁਰਬਾਣੀ ਦੇ ਨਾਲ ਜੋੜੋ। ਬਹੁਤ ਵੱਡਾ ਗਿਆਨ ਆ। ਬਾਹਰਲਾ ਅਸੀਂ ਆਪਣਾ ਸਾਰਾ ਕੁਝ ਆਪਣੇ ਬੱਚਿਆਂ ਨੂੰ ਦੇ ਕੇ ਜਾਣਾ ਠੀਕ ਆ, ਪਰ ਇਹ ਵੀ ਸਾਡਾ ਸਾਂਝਾ ਖਜ਼ਾਨਾ। ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਦਾਨਾ। ਰਤਨ ਲਾਲ ਜਾ ਕਾ ਕਛੂ ਨਾ ਮੋਲ, ਭਰੇ ਭੰਡਾਰ ਖੂਟ ਤੋਲ। ਖਾਵੋ ਖਰਚੋ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਹੋ ਜਾਈ। ਜਿੰਨਾ ਗਿਆਨ ਨੂੰ ਵਿਚਾਰਾਂਗੇ ਓਨਾ ਇਹ ਵੱਧਦਾ ਜਾਵੇਗਾ, ਵੱਧਦਾ ਜਾਵੇਗਾ। ਆਪ ਵੀ ਗੁਰਬਾਣੀ ਪੜ੍ਹੀਏ, ਸੁਣੀਏ, ਸਮਝੀਏ ਅਤੇ ਹੋਰਾਂ ਨੂੰ ਵੀ ਗੁਰਬਾਣੀ ਦੇ ਲੜ ਲਾਉਣ ਦੀ ਕੋਸ਼ਿਸ਼ ਕਰੀਏ। ਭੁੱਲਾਂ ਗਲਤੀਆਂ ਕਮੀਆਂ ਦੀ ਮਾਫੀ ਬਖਸ਼ਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।